वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। तनासरी महला पंजवा। जिन तुम भेजे तिन्ह बुलाए, सुख सहज सेती घर आओ। आनंद मंगल गुण गाओ सहज धुन, नेह चल राज कमाओ। जिन तुम भेजे तिन्ह बुलाए, सुख सहज सेती घर आओ। आनंद मंगल गुण गाओ सहज धुन, नेह चल राज कमाओ। तुम घर आवो मेरे मीत, तुमरे दुखी हार आप निवारे। आपदा भई बतीत रहाओ। प्रगट कीने प्रभ करने हारे, नासन भाजन थाके। घर मंगल बाज है नित बादे, अपने खसम निवादे। अस्थिर रहो डोलो मत कबहूँ, गुर के बचन आधार। जय जयकार सगल भूमंडल, मुख उजल भये दरबार। जिनके जीत नहीं फेरे, आपे भया सहाई। अचरज किया करने हारे, नानक सच वड्याई। जिनके जीत नहीं फेरे, आपे भया सहाई। अचरज किया करने हारे, नानक सच वड्याई। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ, आप जी वड्डे भागां वाले हो जो कि आप जी ने अज दे ए पावन अमृतमई बचन सतगुर साहिब श्री गुरु रामदास जी महाराज जी दे दर तो अमृत वेले सतगुरु साहिब श्री गुरु ग्रंथ साहिब जी महाराज ने सोहणे सिंघासन ते सुभाईमान प्रकाशवान हो के
ਸਮੁੱਚੀ ਮਾਨੁਖ ਜਾਤੀ ਦੇ ਭਲਾਈ ਦੇ ਲਈ ਅਤੇ ਸਮੁੱਚੇ ਸੰਸਾਰ ਦੇ ਲਈ ਸਤਿਗੁਰ ਪਾਤਸ਼ਾਹ ਜੀ ਨੇ ਇਹ ਪਾਵਨ ਅੰਮ੍ਰਿਤਮਈ ਬਚਨ ਜੋ ਪਾਵਨ ਮੁਖਵਾਗ ਦੇ ਰੂਪ ਦੇ ਵਿੱਚ ਸੰਸਾਰ ਨੂੰ ਬਖਸ਼ਿਸ਼ ਕੀਤੇ ਹਨ। ਸੋ ਆਪ ਸਮੂਹ ਸਾਧ ਸੰਗਤ ਨੇ ਇਹਨਾਂ ਪਾਵਨ ਬਚਨਾਂ ਨੂੰ ਸਰਵਣ ਕਰਕੇ ਜੀਵਨ ਵਿੱਚ ਆਨੰਦ ਦੀ ਪ੍ਰਾਪਤੀ ਕੀਤੀ ਹੈ। ਸੋ ਸਾਧ ਸੰਗਤ ਜੀਓ, ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 678 ਤੇ ਸੁਭਾਏਮਾਨ ਹਨ। ਤੇ ਆਓ ਸਾਰੇ ਹੀ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਸੁਰਤ ਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਟਿਕਾਉਣ ਦਾ ਯਤਨ ਕਰੀਏ, ਜੋ ਕਿ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ, ਸਾਹੀ ਵਸਤ ਪ੍ਰਾਪਤ ਹੋਈ, ਜਿਸ ਸੇਤੀ ਮਨ ਲਾਇਆ, ਅਨ ਦਿਨ ਮੇਲ ਭਇਆ ਮਨ ਮਾਨਿਆ, ਘਰ ਮੰਦਰ ਸੋਹਾਏ, ਪੰਜ ਸ਼ਬਦ ਧੁਨ ਅਨਹਦ ਵਾਜੇ, ਹਮ ਕਰ ਸਾਜਨ ਆਏ। ਜਦੋਂ ਇਸ ਮਨ ਦੇ ਵਿੱਚ, ਇਸ ਹਿਰਦੇ ਰੂਪੀ ਘਰ ਦੇ ਵਿੱਚ ਉਹ ਪਰਮਾਤਮਾ ਵਾਹਿਗੁਰੂ ਨਿਰੰਕਾਰ ਦਾ ਨਾਮ ਆ ਟਿਕੇਗਾ, ਜਿਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ। ਜਦੋਂ ਉਹ ਸਾਜਨ, ਉਹ ਮੇਰਾ ਮਿੱਤਰ, ਉਹ ਮੇਰਾ ਪਿਆਰਾ ਵਾਹਿਗੁਰੂ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆਪਣੇ ਨਾਮ ਨੂੰ ਟਿਕਾ ਦੇਣਗੇ, ਤੇ ਇਹ ਸੱਚ ਹੈ ਸਾਧ ਸੰਗਤ ਜੀਓ ਕਿ ਸਾਡਾ ਮਿਲਾਪ ਉਸ ਪੂਰੇ ਵਾਹਿਗੁਰੂ ਪਰਮਾਤਮਾ ਨਾਲ ਹੋ ਜਾਵੇਗਾ। ਲੇਕਿਨ ਉਨਾ ਚਿਰ ਸਾਡਾ ਮਿਲਾਪ ਉਸ ਵਾਹਿਗੁਰੂ, ਉਸ ਨਿਰੰਕਾਰ ਦੇ ਨਾਲ ਨਹੀਂ ਹੋ ਸਕਦਾ ਜਿੰਨਾ ਚਿਰ ਤੀਕਰ ਸਾਡੇ ਅੰਦਰ ਕਾਮ ਵਾਸਨਾਵਾਂ ਹਨ। ਜੋ ਗੁਰੂ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ, ਇਹਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਪਾਵਨ ਮੁਖਵਾਕਾਂ ਦੇ ਵਿੱਚ ਸਮਝਾਇਆ ਹੈ, ਭਾਈ ਅਸੀਂ ਇਹਨਾਂ ਜਿਹੜੇ ਕਾਮਾਦਿਕ ਬੈਰੀ ਹਨ, ਇਹਨਾਂ ਤੋਂ ਕਿਵੇਂ ਬਚ ਸਕਦੇ ਹਾਂ। ਜਦੋਂ ਅਸੀਂ ਸੁਰਤ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਟਿਕਾਵਾਂਗੇ, ਮਨ ਵਿੱਚ ਪ੍ਰਮਾਤਮਾ ਦੇ ਨਾਮ ਭਾਵ ਬਾਣੀ ਦਾ ਜਾਪ ਕਰਾਂਗੇ, ਬਾਣੀ ਨੂੰ ਪੜਾਂਗੇ, ਸੁਣਾਂਗੇ, ਇਹ ਹਕੀਕਤ ਹੈ ਕਿ ਸਾਡੇ ਅੰਦਰ ਦੀ ਜਿਹੜੀ ਮੈਲ ਲੱਗੀ ਹੋਈ ਹੈ ਉਹ ਬਾਣੀ ਨੇ ਧੋ ਦੇਣੀ ਹੈ। ਸੋ ਆਓ ਸਾਧ ਸੰਗਤ ਜੀਓ, ਸਾਰੇ ਹੀ ਇਹਨਾਂ ਪਾਵਨ ਬਚਨਾਂ ਨਾਲ ਸਰਵਣ ਕਰੀਏ। ਜਿਵੇਂ ਸਾਧ ਸੰਗਤ ਜੋ ਮਹਾਂਪੁਰਸ਼ ਸੁਣਾਇਆ ਕਰਦੇ ਸਨ ਭਾਈ, ਕਿ ਇੱਕ ਪੁਰਖ ਜਿਸ ਨੇ ਕਿਸੇ ਦੇਵ ਦੀ ਆਰਾਧਨਾ ਕੀਤੀ, ਕਿਉਂਕਿ ਸਾਧ ਸੰਗਤ ਜੋ ਹਿੰਦੂਆਂ ਦੇ ਗ੍ਰੰਥ ਮੁਤਾਬਕ ਉਹਨਾਂ ਦੇ 33 ਕਰੋੜ ਦੇਵਤੇ ਹਨ, ਕਿਸੇ ਇੱਕ ਦੀ ਉਸਨੇ ਉਪਾਸ਼ਨਾ ਕੀਤੀ ਤੇ ਸਮਾਂ ਆਇਆ ਤੇ ਉਹ ਜਿਹੜਾ ਦੇਵਤਾ ਸੀ ਉਹ ਪ੍ਰਗਟ ਹੋ ਗਿਆ। ਸਾਧ ਸੰਗਤ ਜੋ ਅੱਜ ਸਾਡੀ ਅਵਸਥਾ ਕੀ ਹੈ, ਮਹਾਂਪੁਰਸ਼ ਦੱਸਦੇ ਸਨ ਕਿ ਭਾਈ ਆਪੋ ਆਪਣੀਆਂ ਮਨ ਵਿੱਚ ਝਾਤੀਆਂ ਮਾਰ ਕੇ ਵੇਖੋ, ਸਾਡੀ ਅਵਸਥਾ ਕਿੱਥੇ ਖਲੋਤੀ ਹੈ, ਅਸੀਂ ਕਿੱਥੇ ਖਲੋ ਗਏ ਹਾਂ। ਸਾਡੇ ਹਿਰਦਿਆਂ ਵਿੱਚ ਇਹ ਜਿਹੜੇ ਕਾਮ ਵਾਸਨਾਵਾਂ ਹਨ, ਇਹ ਜਿਹੜੀਆਂ ਕਾਮੰਦਕ ਬੈਰੀ ਹਨ, ਇਹਨਾਂ ਨੇ ਕਿਵੇਂ ਸਾਨੂੰ ਫੜ ਰੱਖਿਆ ਹੈ। ਜਦੋਂ ਉਸਨੇ ਪਰਮਾਤਮਾ ਕਿਸੇ ਵੀ ਇੱਕ ਦੇਵਤੇ ਦੀ ਆਰਾਧਨਾ ਕੀਤੀ, ਉਹ ਦੇਵਤਾ ਪ੍ਰਸੰਨ ਹੋਇਆ, ਪ੍ਰਗਟ ਹੋਇਆ ਤੇ ਆਖਣਾ ਕਰਦਾ ਹੈ, ਭਾਈ ਮੰਗ ਤੂੰ ਕੀ ਮੰਗਣਾ ਚਾਹੁੰਦਾ ਹੈ, ਲੇਕਿਨ ਮੇਰੀ ਇੱਕ ਸ਼ਰਤ ਹੈ ਮੰਗਣ ਤੋਂ ਪਹਿਲਾਂ। ਉਹ ਆਖਣ ਲੱਗਿਆ, ਜੀ ਮੈਂ ਆਪ ਜੀ ਦੀ ਆਰਾਧਨਾ ਕੀਤੀ ਹੈ, ਮੈਂ ਹਟ ਕੀਤਾ ਤੇ ਤਾਂ ਤੁਸੀਂ ਪ੍ਰਗਟ ਹੋਏ ਹੋ, ਤੇ ਤੁਸੀਂ ਹੁਣ ਅੱਗੇ ਉਹ ਸ਼ਰਤ ਰੱਖ ਰਹੇ ਹੋ। ਨਹੀਂ ਭਾਈ, ਇਹ ਮੇਰੀ ਸ਼ਰਤ ਹੈ, ਜੇ ਤੈਨੂੰ ਮਨਜ਼ੂਰ ਹੈ ਤੇ ਠੀਕ ਆ, ਨਹੀਂ ਤੇ ਮੈਂ ਵਾਪਸ ਜਾ ਰਿਹਾ। ਉਹ ਆਖਣ ਲੱਗਿਆ, ਦੱਸੋ ਜੀ। ਤੇ ਸਾਧ ਸੰਗਤ ਜੋ ਦੇਵਤਾ ਆਖਦਾ ਹੈ, ਭਾਈ ਇੰਜ ਕਰੀ, ਜੋ ਤੂੰ ਕੁਝ ਮੰਗਣਾ ਚਾਹੁੰਦਾ ਹੈ ਨਾ, ਜੋ ਤੂੰ ਕੁਝ ਵੀ ਮੰਗੇਗਾ
ਉਹ ਤੈਨੂੰ ਜ਼ਰੂਰ ਮਿਲੇਗਾ। ਲੇਕਿਨ ਇਹ ਧਿਆਨ ਰੱਖੀ ਕਿ ਤੇਰੇ ਭਰਾ ਨੂੰ ਜੋ ਤੂੰ ਮੰਗੇਗਾ, ਪੁੱਤਰ ਮੰਗੇਗਾ ਤੇ ਉਹਨੂੰ 2 ਪੁੱਤਰ ਮਿਲਣਗੇ, 1 ਕੋਠੀ ਮੰਗੇਗਾ ਉਹਨੂੰ 2 ਕੋਠੀਆਂ ਮਿਲਣਗੀਆਂ। ਭਾਵ ਤੂੰ ਜੋ ਵੀ ਕੁਝ ਮੰਗੇਗਾ ਉਸ ਤੋਂ ਡਬਲ ਉਸ ਤੇਰੇ ਭਰਾ ਨੂੰ ਮਿਲਣਾ ਹੈ। ਅੱਜ ਸਾਡਾ ਸਿੱਖ ਧਰਮ ਵੀ ਇੱਥੇ ਹੀ ਖਲੋ ਗਿਆ ਹੈ। ਆਪਸ ਦੇ ਵਿੱਚ ਅਸੀਂ ਲੜੀ ਮਰੀ ਜਾ ਰਹੇ ਹਾਂ। ਸਾਧ ਸੰਗਤ ਜੋ ਗੱਲ ਛੋਟੀ ਜਿਹੀ ਹੁੰਦੀ ਹੈ ਉਸ ਨੂੰ ਪੂਰੇ ਸੰਸਾਰ ਦੇ ਵਿੱਚ ਹਵਾ ਵਾਂਗੂ ਫੈਲਾ ਦਿੰਦੇ ਆ। ਤੇ ਸਾਧ ਸੰਗਤ ਜੋ ਜਦੋਂ ਉਸ ਦਾ ਤੱਤ ਕੱਢੀਦਾ ਤੇ ਤੱਤ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸੋ ਅੱਜ ਸਿੱਖ ਧਰਮ ਦੇ ਵਿੱਚ ਵੀ ਦਵੈਧ ਭਾਵਨਾਵਾਂ ਇੰਨੀਆਂ ਵੱਧ ਗਈਆਂ ਹਨ। ਤੇ ਮਹਾਂਪੁਰਸ਼ ਸਮਝਾਉਂਦੇ ਸਨ, ਭਾਈ ਜਦੋਂ ਉਸ ਦੇਵਤੇ ਨੇ ਸ਼ਰਤ ਸੁਣਾ ਦਿੱਤੀ ਤੇ ਉਸ ਮੰਗਣ ਵਾਲੇ ਨੇ ਆਖਿਆ ਮੈਂ ਵਿਚਾਰ ਕਰਦਾ ਹਾਂ ਕੀ ਮੰਗਾ। ਮਨ ਵਿੱਚ ਖਿਆਲ ਆਉਂਦਾ ਹੈ, ਮਨਾ ਜੇ ਤੂੰ ਧਨ ਦੌਲਤ ਕੁਝ ਵੀ ਮੰਗਦਾ ਹੈ ਤੇ ਤੇਰੇ ਨਾਲੋਂ ਜ਼ਿਆਦਾ ਤੇਰੇ ਭਰਾ ਨੂੰ ਪ੍ਰਾਪਤ ਹੋਵੇਗਾ। ਅੱਜ ਅਸੀਂ ਗੁਰਸਿੱਖ ਨੂੰ ਗੁਰਸਿੱਖ ਵੇਖ ਕੇ ਖੁਸ਼ ਨਹੀਂ ਹੈ, ਪ੍ਰਚਾਰਕ ਨੂੰ ਵੇਖ ਕੇ ਖੁਸ਼ ਨਹੀਂ ਹੈ। ਸਾਧ ਸੰਗਤ ਜੋ ਗੁਰਦੁਆਰੇ ਅਸੀਂ ਮਾਫ ਕਰਿਓ, ਗੁਰੂ ਘਰ ਨੇ ਚੰਗੇ ਤੋਂ ਚੰਗੇ ਸੋਹਣੇ ਹੋਣੇ ਚਾਹੀਦੇ ਹਨ। ਲੇਕਿਨ ਹਕੀਕਤ ਇਹ ਹੈ ਕਿ ਗੁਰੂ ਘਰ ਅਸੀਂ ਬਹੁਤ ਵੱਡੇ ਬਣਾਈ ਜਾ ਰਹੇ ਹਾਂ, ਬਹੁਤ ਆਲੀਸ਼ਾਨ ਬਣਾਈ ਜਾ ਰਹੇ ਹਾਂ। ਲੇਕਿਨ ਸਾਧ ਸੰਗਤ ਜੋ ਕਦੇ ਮਨਾਂ ਨਾਲ ਗੌਰ ਕਰਕੇ ਬਾਣੀ ਤੇ ਆਪਣੇ ਮਨਾਂ ਨੂੰ ਪਰਖਣ ਦਾ ਯਤਨ ਤੇ ਕਰਿਆ ਕਰੋ। ਅਸੀਂ ਇੱਟ ਪੱਥਰ ਜੋੜ ਦਿੱਤੇ, ਲੇਕਿਨ ਅਸੀਂ ਇੱਕ ਦੂਸਰੇ ਨਾਲੋਂ ਉਨੇ ਹੀ ਦੂਰ ਹੁੰਦੇ ਜਾ ਰਹੇ ਹਾਂ। ਅਸੀਂ 4 ਭਰਾ 4 ਗੁਰਸਿੱਖ ਭਰਾ ਇੱਕ ਥਾਂ ਇਕੱਠੇ ਹੋ ਕੇ ਬਹਿ ਨਹੀਂ ਸਕਦੇ। ਸਾਡੇ ਵਿੱਚ ਪਿਆਰ ਖਤਮ ਹੁੰਦਾ ਜਾ ਰਿਹਾ ਹੈ, ਈਰਖਾ ਵੱਧਦੀ ਜਾ ਰਹੀ ਹੈ। ਕਿਉਂ? ਕਿਉਂਕਿ ਅਸੀਂ ਗੁਰੂ ਦੇ ਬਚਨਾਂ ਤੇ ਅਮਲ ਨਹੀਂ ਕਰਦੇ। ਅੱਜ ਗੁਰੂ ਘਰ ਵੀ ਆਉਨੇ ਹਾਂ ਤੇ ਸਾਧ ਸੰਗਤ ਜੋ ਇੱਕ ਦੂਸਰੇ ਨੂੰ ਵੇਖ ਕੇ ਸੜ ਜਾਂਦੇ ਆ। ਗੁਰੂ ਘਰ ਆਈਦਾ ਹੈ ਸ਼ਾਂਤੀ ਲੈਣ ਵਾਸਤੇ, ਗੁਰੂ ਘਰ ਆਈਦਾ ਹੈ ਨਮਸਕਾਰ ਕਰਨ ਵਾਸਤੇ, ਗੁਰੂ ਘਰ ਆਈਦਾ ਹੈ ਕੁਝ ਮਾਲਕ ਕਿਰਪਾ ਕਰੇ ਸਾਡੇ ਮਨਾਂ ਵਿੱਚ ਗਰੀਬੀ ਦੀ ਦਾਤ ਵੀ ਬਖਸ਼ ਦੇਵੇ, ਸਾਡੇ ਹਿਰਦਿਆਂ ਵਿੱਚ ਨਿਮਰਤਾ ਵੀ ਬਖਸ਼ ਦੇਵੇ। ਸਿਰਫ ਸਾਧ ਸੰਗਤ ਜੋ ਅਸੀਂ ਅਰਦਾਸ ਕਰਨ ਤੇ ਕਰ ਹੀ ਸੀਮਤ ਰਹਿ ਗਏ ਹਾਂ। ਬਾਕੀ ਅਸਲ ਜੀਵਨ ਦੇ ਵਿੱਚ ਅਸੀਂ ਅੰਦਰੋਂ ਈਰਖਾ ਨਾਲ ਭਰੇ ਹੋਏ ਹਾਂ। ਜਦੋਂ ਮਨ ਨਾਲ ਉਸਨੇ ਸੋਚਿਆ ਤੇ ਇਧਰ ਦੇਵਤਾ ਆਖਦਾ ਹੈ, ਭਾਈ ਮੰਗ ਤੂੰ ਕੀ ਮੰਗਣਾ ਚਾਹੁੰਦਾ ਹੈ, ਨਹੀਂ ਤੇ ਮੈਂ ਚੱਲਿਆ। ਧਿਆਨ ਰੱਖੀ ਜੋ ਤੂੰ ਮੰਗੇਗਾ ਤੇਰੇ ਭਰਾ ਨੂੰ ਡਬਲ ਮਿਲੇਗਾ। ਸਾਧ ਸੰਗਤ ਜੀਓ ਉਹ ਆਖਦਾ ਹੈ ਠੀਕ ਹੈ, ਮਨ ਨਾਲ ਵਿਚਾਰ ਕਰਦਾ ਹੈ ਕਿ ਇੱਕ ਅੱਖ ਆਪਣੀ ਮੈਂ ਗਾਇਬ ਕਰਾ ਲੈਣਾ, ਮੇਰੀ ਤੇ ਇੱਕੋ ਹੀ ਜਾਣੀ ਹੈ, ਭਰਾ ਦੀ ਤੇ ਦੋਨੇ ਚਲੇ ਜਾਣੀ ਹੈ। ਸਾਡੀ ਅਵਸਥਾ ਇਦਾਂ ਦੀ ਹੈ। ਜਦੋਂ ਦੇਵਤੇ ਨੇ ਫਿਰ ਆਖਿਆ ਭਾਈ ਮੈਂ ਚੱਲਿਆ, ਤੇ ਸਾਧ ਸੰਗਤ ਜੋ ਦੇਵਤੇ ਨੂੰ ਅੱਗੇ ਹੱਥ ਜੋੜ ਕੇ ਆਖਦਾ ਹੈ ਜੇ ਕੁਝ ਦੇਣਾ ਹੈ ਨਾ ਤੇ ਫਿਰ ਇੰਜ ਕਰ, ਮੇਰੀ ਇੱਕ ਅੱਖ ਲੈ ਲੈ, ਮੇਰੇ ਭਰਾ ਦੀਆਂ ਤੇ ਦੋਨੇ ਹੀ ਜਾਣਗੀਆਂ। ਸੋ ਸਾਧ ਸੰਗਤ ਜੋ ਮਹਾਂਪੁਰਸ਼ ਦੱਸਦੇ ਸਨ, ਭਾਈ ਸਾਡੀ ਹਾਲਤ ਇਦਾਂ ਦੀ ਹੋ ਚੁੱਕੀ ਹੈ, ਅਸੀਂ ਬਾਣੀ ਨੂੰ ਪੜ੍ਹਦੇ ਨਹੀਂ ਆ, ਬਾਣੀ ਨੂੰ ਵਿਚਾਰਦੇ ਨਹੀਂ ਆ, ਬਾਣੀ ਤੇ ਕਿੰਤੂ ਪਰੰਤੂ ਕਰਨ ਬਹੁਤ ਛੇਤੀ ਲੱਗ ਜਾਂਦੇ ਆ। ਉਹ ਬਾਣੀ ਨੂੰ ਭਲਿਆ ਪੜ੍ਹ ਤੇ ਸਹੀ, ਬਾਣੀ ਦਾ ਅਰਥ ਸਮਝ ਤੇ ਸਹੀ। ਬਾਣੀ ਨੇ ਤੈਨੂੰ ਸਮਝਾਇਆ ਕੀ ਹੈ? ਬਾਣੀ ਨੇ ਤੇ ਤੈਨੂੰ ਇਸ ਈਰਖਾ ਦੁਵੈਦ ਤੋਂ ਬਾਹਰ ਕੱਢਿਆ। ਏਕ ਪਿਤਾ ਏਕਸ ਕੇ ਹਮਵਾਰਕ ਤੂੰ ਮੇਰਾ ਗੁਰ ਹਾਈ। ਤੇ ਦੂਸਰੇ ਪਾਤਸ਼ਾਹ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨੇ ਆਈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ, ਸਭ ਮੈਂ ਰੱਬ ਰਿਹਾ ਪ੍ਰਭ ਏਕ ਹੈ, ਪੇਖ ਪੇਖ ਨਾਨਕ ਵਿਗਸਾਈ। ਅੱਜ ਅਸੀਂ ਇੱਕ ਦੂਸਰੇ ਵਿੱਚ ਰੱਬ ਨਹੀਂ ਵੇਖਦੇ, ਅੱਜ ਅਸੀਂ ਇੱਕ ਦੂਸਰੇ ਦੇ ਵਿੱਚ ਦੁਸ਼ਮਣ ਵੇਖਦੇ ਹਾਂ, ਈਰਖਾ ਵੇਖਦੇ ਹਾਂ, ਕਰੋਧ ਵੇਖਦੇ ਹਾਂ। ਸੋ ਸਾਧ ਸੰਗਤ ਜੋ ਬਾਣੀ ਸਾਨੂੰ ਸਮਝਾਉਂਦੀ ਹੈ ਉਸ ਤੇ ਅਸੀਂ ਅਮਲ ਵੀ ਕਰ ਲਈਏ ਤੇ ਸਾਡਾ ਜੀਵਨ ਜਿਹੜਾ ਹੈ ਸਫਲ ਹੋ ਸਕਦਾ ਹੈ ਜੀ। ਆਓ ਸਾਰੇ ਹੀ ਆਪਣੀ ਰਸਨਾ ਨੂੰ ਕਰੀਏ ਜੀ ਪਵਿੱਤਰ, ਇਹਨਾਂ ਬਚਨਾਂ ਨਾਲ ਜੁੜਨ ਦਾ ਯਤਨ ਕਰੀਏ ਜੀ।
सतनाम श्री वाहिगुरु साहिब जीओ। धनासरी महला पंजवा। जिन तुम भेजे तिनै बुलाए, सुख सहज सेती घर आओ। आनंद मंगल गुण गाओ सहज धुन, नेह चल राज कमाओ। पंजवें गुरु नानक गुरु अर्जन देव जी महाराज राग धनासरी दे विच इन्हां पावन बचनां नूं उचारण करदियां समझा रहे हैं। जिन तुम भेजे तिन्हें बुलाए, सुख सहज सेती घर आओ। हे मेरी जिंदे, जिसने तैनू संसार विच भेजिया है, उसने तैनू अपने वल प्रेरणा शुरू कर दिता है। तू आनंद दे नाल, आत्मिक अडोलता नाल हिरदे घर विच परमात्मा दे नाम नूं टिकाई रही ते तू भी टिकी रही। हे मेरी जिंदे, आत्मिक अडोलता दे रोह विच आनंद खुशी पैदा करन वाले हरि गुण गाया कर। इस तरह ये जेड़े पंज कामादिक तेरे बैरी हन ना, तेरे उत्ते जिन्हां दा राज है, जदों तेरे हिरदे विच परमात्मा दा नाम टिक गया ना, ते ये जेड़े कामादिक बैरी हन, ये तेरे ते कुछ नहीं कर सकते। ये तेरे तो दूर भज जाणगे। भाव अटल राज जिहड़ा है वो परमात्मा दे नाम दा होवेगा। फिर परमात्मा दे नाम दे विच ही तू सुख प्राप्त करेगा, तू आनंद मान सकेगा। आनंद मंगल गुण गाओ सहज धुन, नेह चल राज कमाओ। जदों एक कामादिक बैरी तेरे तो भज गए, दूर हो गए, ते फिर तू आनंद दे मंगल विच रवेगा ते हर वेले परमात्मा दे नाम दा ओट आसरा लैके परमात्मा दा शुकराना करेगा। तुम कर आवो मेरे मीत, तुमरे दोखी हर आप निवारे। अपदा भई बतीत। साध संगत जो ये राहो दियां पंक्तियां हैं, भाव इस पावन मुखवाक दा केंद्री भाव सतगुरु पातशाह जी फरमान करते हैं, तुम घर आवो मेरे मीत, तुमरे दोखी हर आप निवारे। अपदा भई बतीत। तो गुरु पातशाह जी ने इत्थे समझाया, हे मेरे मित्र मन, हुण तू हिरदे घर विच टिकिया रह। आ जा, परमात्मा ने आप ही इन्हां कामादिक जेड़े वैरी सन, तेरे वैरी दूर कर दिते हैं। कामादिक तो पै रही मार दी विपता तो हुण परमात्मा ने हथ दे के बचा लिया। हुण वो विपता मुक गई है ते ओ मेरे मालिक ने अपने नाम दे राही तैनू अपनी गोदी दे विच बिठा लिया है। रहाओ प्रगट कीने प्रभ करने हारे, नासन भाजन थाके। घर मंगल बाजह नित बादे, अपने खसम निवादे। सतगुरु पातशाह जी बख्शिश कर रहे हैं, प्रगट कीने प्रभ करने हारे, नासन भाजन थाके। घर मंगल बाजह नित बादे, अपने खसम निवादे। जदों एक कामादिक बैरी तैनू छड़ गए, हे मेरी जिंदे, सब कुछ कर सकण वाले खसम प्रभु ने जिन्हां उत्ते मेहर कीती, उन्हां दे अंदर उस मालिक ने अपना आप प्रगट कर दिता है। उन्हां दियां जेड़ियां भटकणावां मुक गईयां हन, उन्हां दे हिरदे घर विच आत्मक आनंद दे मनो वाजे सदा वजन लग पैंदे हन। जेड़े परमात्मा वाहिगुरु नाल प्यार करन लगदे हन ते ओ परमात्मा ने हथ ही अपनी डोरी फड़ा देंदे हन। फिर परमात्मा आप ही उन्हां दे अंग संग होके उन्हां दी पैज, उन्हां दी पत रखदा है। आस्थिर रहो डोलो मत काबहू, गुर कै बचन आधार। जय जयकार सगल भूमंडल,
मुख ऊजल दरबार। सतगुर पातशाह जी फरमान करते हैं, हर मन तन वसिया सोई, जय जयकार करे सब कोई। गुर पूरे की वडियाई, ताकि कीमत कहीं ना जाई। हों कुर्बान जाई तेरे नावे, जिसनू बख्श लए मेरे प्यारे, सो जस तेरा गावे। भाव जदों तेरा मन अस्थिर रहिंदा है, जदों तेरे मन विच टिकाव बनिया रहिंदा है, सतगुर पातशाह जी फरमान करते ने, भाई फिर तू उस मालिक नू प्राप्त कर सकता है। हे मेरी जिंदे, गुरु दे उपदेश उत्ते तुर के, गुरु दे आसरे रह के, तू भी कामादिक बैरियां दे टाकरे तो पक्के पैरां ते खलो जा। वेखी हुण कदे भी ना डोली, सारी सृष्टि विच शोभा होवेगी। जे किते तू डोल गई ते फिर तू संसार जोगे है। प्रभु दी हजूरी विच तेरा मुँह हमेशा हमेशा उजड़ होवेगा। हे मेरी जिंदे, तू अस्थिर रह, तू डोली ना, परमात्मा दे नाम दा पल्ला फड़ के रखी। जिनके जीत नहीं फेरे, आपे प्या सहाई। अचरज किया करने हारे, नानक सच वडियाई। सतगुर पातशाह जी फरमान करते हैं, लास्ट पंक्तियां दे विच, जिनके जीत नहीं फेरे, आपे प्या सहाई। अचरज किया करने हारे, नानक सच वडियाई। भाव धन धन साहिब श्री गुरु अर्जन देव जी महाराज ने बड़े सतगुर गुरु नानक पातशाह जी के नाम की मोहर ला के सानू समझा रहे हैं। हे नानक, जिस प्रभु जी ने जीव पैदा किए हैं, वो आप ही इन्हों विकारां वालों मोड़दा है। वो आप ही मददगार बनता है। औखी घड़ी ना देखण दई, अपना बिरद संभाले। भाव वो मेरा मालिक आप ही औखी घड़ी तो आप हथ दे के बचाउंदा है। सब कुछ कर सकण वाले परमात्मा ने ये अनोखी खेड बना दिती है। उस दी वडियाई सदा कायम रहन वाली है। ते साध संगत जो एक दुनिया दे जेड़े पदार्थ हन, दुनिया दे जेड़े मोह माया है, जेड़े जीव इस विच उलझ जाते हैं, फिर वो कदे भी 84 के गेड़े तो नहीं बच सकते। जेड़े इस मोह माया तो उपर उठ के परमात्मा के नाम की प्रीति करते हैं, परमात्मा के नाम का ओट आसरा लेंदे हैं, वो जीवन विच हमेशा ही अडोलता बनाई रखते हैं, अस्थिर रहंदे हैं। परमात्मा के नाम का जस करके, परमात्मा के नाम का शुकराना करके आनंद खेड़े विच रहंदे हैं। सो साध संगत जो सतगुर पातशाह जी ने अज दे पावन मुखवाग दे विच सानू ये कुछ समझावना कीता है। आओ गुरु पातशाह जी कृपा करन, साडे ते मेहर बख्शिश करन। भाव साडे ते भी हथ दे के इस भवसागर तो अपने नाम रूपी बेड़े विच बिठा के आप ही पार लंघा लैन। गुरु पातशाह जी मेहर करन, बख्शिश करन, ताइयों ये हो सकता है जी। सो साध संगत जो जे किसी माई भाई की कोई भी विचार होवे जो दास नाल करने चाहते होवन, तो दास का इंडिया का नंबर है जी 8750 10 63 75। आप जी इस नंबर पर दास नाल संपर्क कर सकते हो। सो साध संगत जो बाणी गुरु दी है, भुल्लां दास दियां हन, बाणी पल्ले बन लियो, भुल्लां दास दियां झोली पा दिओ जी। बुलाओ जी फतेह, करो जी रसना नूं पवित्र। वाहिगुरू जी का खालसा, वाहिगुरू जी की फतेह।